ਹੈਲੋ ਸਟੂਡੈਂਟਸ। ਹਾਂਜੀ ਬੇਟੇ, ਲਾਸਟ ਟੌਪਿਕ ਆਪਾਂ ਪੜ੍ਹ ਕੇ ਆਏ ਸੀ ਰਜਿਸਟੈਂਸ ਤੇ ਕਿਹੜੇ ਫੈਕਟਰਾਂ ਤੇ ਇਫੈਕਟ ਕਰਦੇ ਆ ਰਜਿਸਟੈਂਸ ਦੇ ਉੱਪਰ ਕਿਹੜੇ ਫੈਕਟਰ। ਨੈਕਸਟ ਆਪਾਂ ਟੌਪਿਕ ਪੜ੍ਹ ਰਹੇ ਹਾਂ ਵੀ ਜਿਹੜੀਆਂ ਰਜਿਸਟੈਂਸ ਨੇ ਇਹਨਾਂ ਨੂੰ ਆਪਾਂ ਕਿਵੇਂ ਜੋੜ ਸਕਦੇ ਹਾਂ। ਇੱਕ ਹੈ ਬੇਟੇ ਇਨ ਸੀਰੀਜ਼ ਦੇ ਵਿੱਚ ਜੋੜ ਸਕਦੇ ਹਾਂ ਤੇ ਇੱਕ ਆਏਗਾ ਇਨ ਪੈਰਲਲ ਦੇ ਵਿੱਚ। ਇੰਪੋਰਟੈਂਟ ਟੌਪਿਕ ਹੈ, ਪੁੱਛਿਆ ਜਾ ਸਕਦਾ ਵੀ ਤੁਹਾਨੂੰ ਇੰਨੀਆਂ ਰਜਿਸਟੈਂਸ ਦੇ ਰੱਖੀਆਂ, ਜਿਵੇਂ 3 ਰਜਿਸਟੈਂਸ ਦੇ ਰੱਖੀਆਂ ਨੇ R1 R2 R3, ਉਹਨੂੰ ਸੀਰੀਜ਼ ਦੇ ਵਿੱਚ ਜੋੜੋ। ਠੀਕ ਹੈ ਬੇਟੇ, ਵਿਦ ਡਾਇਆਗਰਾਮ ਤੋਂ ਦੀ ਡੈਰੀਵੇਸ਼ਨ ਕਰੋ। ਹੁਣ ਦੇਖੋ ਬੇਟੇ, ਜੇ ਆਪਾਂ ਇਹਨਾਂ ਨੂੰ ਸੀਰੀਜ਼ ਦੇ ਵਿੱਚ ਜੋੜਦੇ ਹਾਂ R1 R2 ਤੇ R3 ਨੂੰ, ਇਹਦਾ ਪੋਟੈਂਸ਼ੀਅਲ ਡਿਫਰੈਂਸ V1 ਹੋਏਗਾ, ਇਹਦਾ V2, ਇਹਦਾ V3 ਹੋਏਗਾ। ਕਰੰਟ ਤਿੰਨਾਂ 'ਚ ਕੀ ਨਿਕਲੇਗਾ? ਸੇਮ ਨਿਕਲੇਗਾ। ਠੀਕ ਹੈ ਜੀ। ਤੇ ਪੋਟੈਂਸ਼ੀਅਲ ਡਿਫਰੈਂਸ ਤਿੰਨਾਂ ਦਾ ਕੀ ਹੋਏਗਾ? ਅਲੱਗ-ਅਲੱਗ ਹੋਏਗਾ। ਜਿਹੜੀ ਚੀਜ਼ ਇਹਨਾਂ ਵਿੱਚ ਅਲੱਗ-ਅਲੱਗ ਹੈ, ਕਿਉਂਕਿ ਆਪਾਂ ਓਮਸ ਲਾ ਦੇ ਵਿੱਚ ਪੜ੍ਹਿਆ V ਕਿਹਦੇ ਬਰਾਬਰ ਹੁੰਦਾ? IR। ਤਿੰਨ ਚੀਜ਼ਾਂ ਹੈ, ਪੋਟੈਂਸ਼ੀਅਲ ਡਿਫਰੈਂਸ, ਕਰੰਟ ਤੇ ਰਜਿਸਟੈਂਸ। ਠੀਕ ਹੈ ਬੇਟੇ, ਤਿੰਨਾਂ ਦੇ ਵਿੱਚ ਜਿਹੜੀ ਚੀਜ਼ ਡਿਫਰੈਂਟ ਹੋਏਗੀ ਆਪਾਂ ਉਹੀ ਚੀਜ਼ ਫਾਈਂਡ ਆਊਟ ਕਰ ਲਾਂਗੇ। ਓਮਸ ਲਾ ਦੇ ਅਕੋਰਡਿੰਗ V IR, ਪੋਟੈਂਸ਼ੀਅਲ ਡਿਫਰੈਂਸ, ਕਰੰਟ ਤੇ ਰਜਿਸਟੈਂਸ। ਤਾਂ ਆਪਾਂ ਨੂੰ ਪਤਾ V ਕਿਹਦੇ ਬਰਾਬਰ ਹੈ? IR ਦੇ, ਤੇ V1 ਕਿਹਦੇ ਬਰਾਬਰ ਬਣੇਗਾ? I1R, V2 IR2, V3 ਕਿਹਦੇ ਬਰਾਬਰ ਬਣੇਗਾ? IR3 ਦੇ। ਠੀਕ ਹੈ ਬੇਟੇ, ਕਰੰਟ ਸਾਰਿਆਂ ਸੇਮ ਜਾਏਗਾ। ਇਹ ਤਿੰਨੇ ਵੈਲਿਊਜ਼ ਪੋਟੈਂਸ਼ੀਅਲ ਡਿਫਰੈਂਸ, ਟੋਟਲ ਪੋਟੈਂਸ਼ੀਅਲ ਡਿਫਰੈਂਸ ਕੀ ਬਣੇਗਾ? V1 + V2 + V3। ਇਹ ਤਿੰਨੇ ਵੈਲਿਊ ਆਪਾਂ ਇੱਥੇ ਪੁੱਟ ਕਰ ਦਿਆਂਗੇ। V ਦੀ ਵੈਲਿਊ ਕੀ ਬਣੇਗੀ? IR, R1 IR1 + IR2 + IR3। ਤਿੰਨਾਂ ਦੇ ਵਿੱਚੋਂ ਕੀ ਕਾਮਨ ਹੈ? I ਕਾਮਨ ਹੈ। I ਨਾਲ I ਕੀ ਹੋ ਜਾਏਗਾ? ਕੈਂਸਲ। ਤੇ R ਸੀਰੀਜ਼ ਕੀ ਆ ਜਾਏਗਾ ਆਪਣੇ ਕੋਲੇ? R1 + R2 + R3। ਮਤਲਬ ਜੇਕਰ ਰਜਿਸਟੈਂਸ ਸੀਰੀਜ਼ ਦੇ ਵਿੱਚ ਲੱਗੀਆਂ ਨੇ ਤੇ ਉਹਨਾਂ ਦੀ ਆਪਾਂ ਟੋਟਲ ਰਜਿਸਟੈਂਸ ਫਾਈਂਡ ਆਊਟ ਕਰਨੀ ਹੈ ਤਾਂ ਕੀ ਫਾਰਮੂਲਾ ਬਣੇਗਾ? R1 + R2 + R3। ਉਸੇ ਤਰ੍ਹਾਂ ਹੀ ਜੇ ਪੈਰਲ ਲੱਗੀਆਂ ਹੋਣ ਤਾਂ ਤਿੰਨ R1 R2 R3, ਤੇ ਇਹ ਤਿੰਨਾਂ ਦਾ ਪੋਟੈਂਸ਼ੀਅਲ ਡਿਫਰੈਂਸ ਕੀ ਬਣੇਗਾ? ਸੇਮ ਬਣੇਗਾ। ਕਰੰਟ ਤਿੰਨਾਂ 'ਚੋਂ ਡਿਫਰੈਂਟ ਟੱਪੇਗਾ। ਦੇਖੋ ਕਰੰਟ ਇੱਥੇ ਸੇਮ ਸੀ, ਪੋਟੈਂਸ਼ੀਅਲ ਡਿਫਰੈਂਸ ਸੀਗਾ, ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ ਅਲੱਗ-ਅਲੱਗ ਸੀਗਾ ਤੇ ਆਪਾਂ ਪੋਟੈਂਸ਼ੀਅਲ ਡਿਫਰੈਂਸ ਕੱਢ ਲਿਆ ਸੀ। ਹੁਣ ਇਹਨਾਂ ਦਾ ਪੋਟੈਂਸ਼ੀਅਲ ਡਿਫਰੈਂਸ ਕੀ ਹੋਏਗਾ? ਸੇਮ, ਪਰ ਕਰੰਟ ਕੀ ਹੈ? ਅਲੱਗ-ਅਲੱਗ। ਤੇ ਇੱਥੇ ਆਪਾਂ ਕਰੰਟ ਕੱਢ ਲਾਂਗੇ, ਟੋਟਲ ਕਰੰਟ ਫਾਈਂਡ ਆਊਟ ਕਰ ਲਾਂਗੇ। ਤੇ ਜਿਵੇਂ ਕਿ ਉੱਪਰ ਵਾਲੇ 'ਚ ਆਪਾਂ ਟੋਟਲ ਪੋਟੈਂਸ਼ੀਅਲ ਡਿਫਰੈਂਸ ਫਾਈਂਡ ਆਊਟ ਕੀਤਾ ਸੀ ਕਿਉਂਕਿ ਉਹ ਅਲੱਗ-ਅਲੱਗ ਸੀਗਾ ਤਿੰਨਾਂ ਦਾ। ਇੱਥੇ ਕਰੰਟ ਅਲੱਗ-ਅਲੱਗ ਹੈ ਤਾਂ ਕਰੰਟ ਆਪਾਂ ਮੇਜਰ ਕਰ ਲਾਂਗੇ। ਠੀਕ ਹੈ ਬੇਟੇ, ਕੀ ਬਣੇਗਾ ਆਪਣੇ ਕੋਲੇ? ਇਕੁਏਸ਼ਨ ਬਣੇਗੀ ਅਕੋਰਡਿੰਗ ਟੂ ਓਮਸ ਲਾ। ਆਪਾਂ ਨੂੰ ਪਤਾ ਹੈ V = ਕੀ ਹੁੰਦਾ? IR ਹੁੰਦਾ। ਠੀਕ ਹੈ, R ਨੀਚੇ ਚਲਾ ਜਾਏਗਾ V ਦੇ, I1 V/R1, I2 V/R2, I3 V/R3। ਟੋਟਲ ਕਰੰਟ ਕੀ ਬਣੇਗਾ? I1 + I2 + R3। V ਕੀ ਹੁੰਦਾ? VR। ਤਿੰਨਾਂ ਦੀ ਵੈਲਿਊ ਪੁੱਟ ਕਰਤੀ ਜੀ। ਕੀ ਕਾਮਨ ਹੈ ਇਹਨਾਂ 'ਚੋਂ? V ਕਾਮਨ ਹੈ। V ਨਾਲ V ਕੀ ਹੋ ਜਾਏਗਾ? ਕੈਂਸਲ। 1/R ਕੀ ਹੋ ਜਾਏਗਾ? 1/R1 + 1/R2 + 1/R3। ਠੀਕ ਹੈ ਬੇਟੇ, ਇਹ ਆ ਆਪਣੇ ਕੋਲੇ ਸੀਰੀਜ਼ ਦੇ ਵਿੱਚ ਜੇਕਰ ਰਜਿਸਟੈਂਸ ਲੱਗੀਆਂ ਨੇ ਤਾਂ ਉਹਨਾਂ ਦੀ ਟੋਟਲ ਰਜਿਸਟੈਂਸ ਪਤਾ ਕਰਨ ਦਾ ਫਾਰਮੂਲਾ। ਠੀਕ ਹੈ ਬੇਟੇ, ਸੀਰੀਜ਼ ਦੇ ਵਿੱਚ ਜਦੋਂ ਲੱਗੀਆਂ ਹੋਣਗੀਆਂ ਉਦੋਂ ਤੇ ਰਜਿਸਟੈਂਸ ਜ਼ਿਆਦਾ ਆਏਗੀ, ਤੇ ਜਦੋਂ ਪੈਰਲਲ ਲੱਗੀਆਂ ਹੋਣਗੀਆਂ ਉਦੋਂ ਰਜਿਸਟੈਂਸ ਕੀ ਆਏਗੀ? ਆਪਣੇ ਕੋਲੇ ਘੱਟ ਆਏਗੀ। ਡਿਸਐਡਵਾਂਟੇਜ ਆਫ ਸੀਰੀਜ਼ ਕਨੈਕਸ਼ਨ ਇਨ ਔਨ ਇਲੈਕਟ੍ਰਿਕ ਸਰਕਟ। ਹਾਂਜੀ, ਆਪਾਂ ਕੋਈ ਵੀ ਜਿਹੜਾ ਘਰਾਂ ਦੇ ਵਿੱਚ ਆਪਣਾ ਸਰਕਟ ਹੈ ਉਹ ਵੈਸੇ ਪੈਰਲਲ ਹੁੰਦਾ, ਉਹਨੂੰ ਆਪਾਂ ਸੀਰੀਜ਼ ਵਿੱਚ ਕਿਉਂ ਨਹੀਂ ਕਰਦੇ? ਕੀ ਡਿਸਐਡਵਾਂਟੇਜ ਨੇ? ਇਨ ਸੀਰੀਜ਼ ਕਨੈਕਸ਼ਨ ਇਫ ਐਨੀ ਆਫ ਦੀ ਕੰਪੋਨੈਂਟ ਫੇਲ ਟੂ ਵਰਕ। ਜੇਕਰ ਇੱਕ ਕੰਪੋਨੈਂਟ ਕੰਮ ਕਰਨਾ ਬੰਦ ਕਰ ਜਾਏਗਾ ਤੇ ਸਾਰੇ ਕੰਪੋਨੈਂਟ ਕੰਮ ਕਰਨੇ ਬੰਦ ਕਰ ਦੇਣਗੇ। ਜਿਵੇਂ ਕਿ ਆਪਾਂ ਦੇਖਦੇ ਹਾਂ ਬੇਟੇ, ਘਰਾਂ ਦੇ ਵਿੱਚ ਆਪਾਂ ਘਰਾਂ ਨੂੰ ਸਜਾਉਣ ਦੇ ਲਈ ਲੜੀਆਂ ਵਗੈਰਾ ਲਾਉਂਦੇ ਹਾਂ, ਉਹ ਸਾਰੀਆਂ ਸੀਰੀਜ਼ ਦੇ ਵਿੱਚ ਲੱਗੀਆਂ ਹੁੰਦੀਆਂ ਨੇ। ਜੇ ਉਹਨਾਂ 'ਚੋਂ ਇੱਕ ਵੀ ਲੜੀ ਖਰਾਬ ਹੋ ਗਈ ਤਾਂ ਸਾਰੀ ਅੱਗੇ ਜਿਹੜੇ ਬਲਬ ਹੋਣਗੇ ਉਹ ਜਗਨੇ ਬੁਝਣੇ ਬੰਦ ਹੋ ਜਾਣਗੇ। ਠੀਕ ਹੈ ਬੇਟੇ, ਇਟ ਇਜ਼ ਨੋਟ ਪੋਸੀਬਲ ਟੂ ਕਨੈਕਟ ਅ ਬਲਬ ਐਂਡ ਅ ਹੀਟਰ ਇਨ ਅ ਸੀਰੀਜ਼। ਕਹਿੰਦਾ ਬਲਬ ਤੇ ਹੀਟਰ ਨੂੰ ਆਪਾਂ ਸੀਰੀਜ਼ ਦੇ ਵਿੱਚ ਨਹੀਂ ਲਗਾ ਸਕਦੇ, ਕਿਉਂਕਿ ਸੀਰੀਜ਼ ਦੇ ਵਿੱਚ ਆਪਾਂ ਪਿੱਛੇ ਇੱਕ ਚੀਜ਼ ਪੜ੍ਹ ਕੇ ਆਏ ਹਾਂ, ਕਰੰਟ ਸਾਰਿਆਂ 'ਚੋਂ ਸੇਮ ਟੱਪੂਗਾ। ਠੀਕ ਹੈ, ਤੇ ਹੀਟਰ ਤੇ ਉਨੀ ਕਰੰਟ ਨੂੰ ਕਰ ਲੇਗਾ, ਲੋਡ ਕਰ ਲੇਗਾ, ਬਟ ਬਲਬ ਕੀ ਹੋ ਜਾਏਗਾ? ਫਿਊਜ਼ ਹੋ ਜਾਏਗਾ। ਠੀਕ ਹੈ ਬੇਟੇ, ਸਮਝ ਲੱਗੀ ਆਪਾਂ ਨੂੰ ਵੀ ਕੀ ਡਿਸਐਡਵਾਂਟੇਜ ਨੇ ਸੀਰੀਜ਼ ਦੇ ਵਿੱਚ ਲਗਾਉਣ ਦੀਆਂ। ਇਸ ਕਰਕੇ ਆਪਾਂ ਹੈਂਸ ਟੂ ਓਵਰਕਮ ਦਿਸ ਪ੍ਰੋਬਲਮਸ ਵੀ ਜਨਰਲੀ ਯੂਜ਼ ਪੈਰਲਲ ਸਰਕਟ। ਆਪਾਂ ਕੀ ਲਗਾਉਂਦੇ ਹਾਂ? ਪੈਰਲਲ ਸਰਕਟ ਲਗਾਉਂਦੇ ਹਾਂ। ਨੈਕਸਟ ਆਏਗਾ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਇਲੈਕਟ੍ਰਿਕ ਕਰੰਟ ਦਾ ਹੀਟਿੰਗ ਇਫੈਕਟ। ਆਪਾਂ ਨੂੰ ਪਤਾ ਹੈ ਜਦੋਂ ਵੀ ਕਰੰਟ ਮੂਵ ਕਰਦਾ ਹੈ ਤਾਂ ਕੀ ਪ੍ਰੋਡਿਊਸ ਕਰਦਾ ਹੈ ਬੇਟੇ? ਹੀਟਿੰਗ ਇਫੈਕਟ ਪ੍ਰੋਡਿਊਸ ਕਰਦਾ ਹੈ। ਮੈਥੇਮੈਟਿਕਲੀ ਐਕਸਪ੍ਰੈਸ਼ਨ ਕੀ ਹੈ? ਕਹਿੰਦਾ ਲੈਟ ਅਸ ਸਪੋਜ਼ ਦੈਟ ਕਰੰਟ I ਹੈ flowing through resistance R for the time t, the potential difference across the resistance V ਮੰਨ ਲਿਆ ਆਪਾਂ। V ਕਿੰਦੇ ਬਰਾਬਰ ਹੁੰਦਾ ਹੈ? ਵਰਕ ਡਨ ਅਪੋਨ ਚਾਰਜ ਦੇ, W ਵਰਕ ਡਨ ਅਪੋਨ ਚਾਰਜ ਦੇ। ਵਰਕ ਡਨ ਇਜ਼ ਦ ਮੋਰਨਿੰਗ ਦੀ ਚਾਰਜ Q ਵਿਲ ਬੀ। ਠੀਕ ਹੈ, ਵਰਕ ਡਨ ਕਿੰਦੇ ਬਰਾਬਰ ਹੋ ਜਾਏਗਾ? V/Q ਦੇ।
दैन पावर, पावर की होंगी है अपने को वर्क डन अपॉन टाइम, भी कितना वर्क किया गया किन्ने टाइम के होंगी है पावर। वर्क डन की वैल्यू कितनी है वी अपॉन क्यू है, तो क्यू वी अपॉन क्यू भर देंगे आप, डब्ल्यू जगह तो की भर देंगे वी अपॉन क्यू, तो पावर कितने बराबर की वी अपॉन क्यू ओवर टी के। तो आपको पता है करंट कितने बराबर होंगे क्यू अपॉन टी के, तो क्यू अपॉन टी की जगह तो की भर देंगे आप करंट, पी कितने बराबर आ गया वी आई के, पी कितने बराबर आ गया वी आई के। बेटे सारिया इक्वेशन आपको याद रखनिया पैणगियां भी वी कितने बराबर होंगे डब्ल्यू अपॉन क्यू दे, डब्ल्यू फिर की बन जाएगा वी अपॉन क्यू बन जाएगा, तो पावर कितने बराबर होंगी डब्ल्यू अपॉन टी दे, ठीक है। तो डब्ल्यू की वैल्यू जो पुट करेंगे वी क्यू बन जाएगा, तो क्यू अपॉन चार्ज पर टाइम की होंगे अपने को करंट होंगे, ठीक है जी। हीट एनर्जी सप्लाइड बाय द सोर्स फॉर टाइम टी विल बी, तो हीट एनर्जी की बनेगी एच इक्वल टू पी इंटू टी, तो पी की वैल्यू की है वी आई, पी की वैल्यू की है अपने को वी आई, तो हीट की बन जाएगी वी आई टी। तो हम देखो ओम्स लॉ के अकॉर्डिंग आप वी की वैल्यू की भर सकते हैं आई आर। एक तो ये इक्वेशन याद रख लो, जो आपको पोटैंशियल डिफरेंस तो करंट तो टाइम दिता होएगा उदों हीट इस तरह निकलेगी कि पोटैंशियल डिफरेंस करंट तो टाइम, उदों हीट इस तरह निकलेगी। जे आपको पोटैंशियल डिफरेंस नहीं दे रखा, की दे रखा करंट रजिस्टेंस तो टाइम, फिर हीट इस तरह निकलेगी, फिर आई स्केयर आर टी हो जाएगा, फिर क्या हो जाएगा अपने को आई स्केयर आर टी। क्यों वी की जगह आप वैल्यू पुट कर देंगे आई आर, अकॉर्डिंग टू ओम्स लॉ वी इज इक्वल टू की होंगे आई आर ही होंगे, वी की जगह आई आर पुट किया, आई का आई स्केयर आर का आर टी का टी, ठीक है बेटे समझ लगी। ये सी अपने को हीटिंग इफैक्ट। फिर इन्हें कुछ एप्लीकेशन ने, ये तो वैसे हो गया भी की लाने डायरैक्टली प्रोपोर्शनल होंगे है करंट के हीटिंग इफैक्ट, डायरैक्टली प्रोपोर्शनल कितना होंगे रजिस्टेंस के, डायरैक्टली प्रोपोर्शनल कितना होंगे करंट टाइम के, ठीक है। तिना की होंगी हीटिंग इफैक्ट डायरैक्टली प्रोपोर्शनल। एप्लीकेशन ने, एप्लीकेशन ऑफ हीटिंग इफैक्ट ऑफ इलैक्ट्रिक करंट used in electric iron toaster oven heater, it is also used in bulb to produce light, it is also used in fuse connecting in the electric circuit, ठीक है। क्योंकि जो फ्यूज़ होंगे अपन को पता लो मेल्टिंग पॉइंट है, जो हीटिंग इफैक्ट पिछू करंट ज़्यादा आ रहा है, करंट ज़्यादा आ जाए हीटिंग इफैक्ट भी ज़्यादा होएगा, जो फ्यूज़ है वो मेल्ट हो जाएगा, जिंदी वजह नाल की होएगा अगले जोड़े अपने को एप्लीएंस ने वो बच जाएंगे, ठीक है जलन तो। नैक्सट है बेटे अपने को जिवें एग्जाम्पल दे रखा, लेट अस कंसीडर एन एप्लीएंस इलैक्ट्रिक आयरन विच कंज्यूम 1 किलोवाट इलैक्ट्रिक पावर एट 220 वोल्ट, ठीक है बेटे। की होएगा अपने को पावर कितनी है अपने को पी कितने बराबर होंगे वी आई, पिछे पढ़ के ही आए आप, आई की वैल्यू करनी है आप, आई की हो जाएगा पी अपॉन वी, पी भी अपन दे रखे वी भी अपन दे रखे, दोनों की वैल्यू कटांगे तो कितना आ गया अपने को। इस केस के 5 एम्पीयर फ्यूज़ रिक्वायर्ड चाहिए अपन, ठीक है बेटे कितना फ्यूज़ होना चाहिए 5 एम्पीयर फ्यूज़। फिर आती इलैक्ट्रिक पावर की गल, पिछे आप पढ़िया सी पावर पी कितने बराबर होंगे, पावर की होंगे इन केस ऑफ इलैक्ट्रिसिटी इट इज़ डिफाइंड एज द रेट ऑफ चेंज ऑफ इलैक्ट्रिकल एनर्जी डिस्पेस्ड और कंज्यूम, सीधा कह सकते हो भी रेट ऑफ चेंज इलैक्ट्रिकल एनर्जी कंज्यूम्ड इन इलैक्ट्रिकल एनर्जी, ठीक है बेटे कि कह सकते हैं कंज्यूम्ड इन एन इलैक्ट्रिकल एनर्जी, भी कितनी एनर्जी कंज्यूम करेगा कोई भी एप्लीएंस उनकी पावर होंगी है। पावर जिवें आप कह दें 100 वाट का बल्ब है 200 वाट का बल्ब है, भी वो इन्नी एनर्जी कंज्यूम कर रहा है, ठीक है बेटे उस चीज़ को बोलिया जाता है पावर। पी कितने बराबर होंगे वी आई के, तो हम देखो जी अपन वी पोटैंशियल डिफरेंस तो आई दिता है, तो इस तरह पावर निकलेगी। जे पोटैंशियल डिफरेंस आई नहीं मतलब पोटैंशियल डिफरेंस नहीं दिता, आई तो रजिस्टेंस दिता है, तो वी की जगह आप की पुट कर देंगे आई आर, वी जगह तो आई आर पुट करेंगे आई स्केयर आर बन जाएगा, ठीक है। तो जे अपन करंट नहीं दिता पोटैंशियल डिफरेंस तो रजिस्टेंस दी है, तो की हो जाएगा अपने आई की जगह की पुट कर देंगे वी आर, वी स्केयर आर हो जाएगा। आ 3 फॉर्मूले हो गए, अलग अलग कंडीशन के 3 फॉर्मूले बेटे पावर कट्टन के, भी वी आई दिता है आई आर दिता है या वी आर दिता है अपन। पावर कहना है इलैक्ट्रिकल एनर्जी ओवर टाइम, ऐसा यूनिट की है वाट, तो 1 वाट कितने बराबर होएगा 1 वाट पावर कंज्यूम्ड बाय अ डिवाइस व्हेन 1 एम्पीयर ऑफ करंट 1 एम्पीयर ऑफ अ करंट इलैक्ट्रिक एनर्जी 1 एम्पीयर ऑफ करंट पास थ्रू एट पोटैंशियल डिफरेंस ऑफ 1 वोल्ट। जो 1 एम्पीयर करंट 1 वोल्ट के पास होंगे तो इनू आप की कह दें 1 वाट कह दें, तो 1 वाट 1 वोल्ट मल्टीप्लाई 1 एम्पीयर। तो इलैक्ट्रिकल एनर्जी कितने बराबर होंगे पी इज इक्वल टू ई ओवर टी दे, ई की आ जाएगा पी इंटू टी, ई की आ जाएगा अपने को पी इंटू टी। ऐसा ही यूनिट की होएगा, ऐसा ही यूनिट बनेगा बेटा जूल, एनर्जी में जूल च माप लिया आप,
ठीक है। ऐसा यूनिट क्या बनेगा, जूल। ए इज इक्वल टू पी इंटू टी, ठीक है बेटे। 1 किलोवाट आर कितने बराबर, 3.6 इंटू 10⁻6 जूल के बराबर, या 1 हॉर्स पावर 746 वाट के बराबर, ठीक है बेटे। ये ध्यान रखने हैं पावर एनर्जी वाले अपने को, ठीक है, इंपोर्टेंट है। इन्हों तो रिलेटेड न्यूमेरिकल भी पूछे जा सकते हैं, फार्मूले तो याद होने चाहिए, ठीक है बेटे। ये सी अपना लास्ट टॉपिक है इस चैप्टर का, ठीक है। ओके, थैंक यू बेटे।